ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਸਨਮਾਨਯੋਗ ਸਾਧ ਸੰਗਤ ਜੀਓ, ਅੱਜ ਦਾਸ ਰੀਸ ਦਾ ਫਲ ਕੀ ਹੁੰਦਾ ਹੈ, ਇਸ ਦੇ ਉੱਪਰ ਆਪਣੀ ਇੱਕ ਤਿੰਨਕ ਮਾਤਰ ਜੋ ਵਿਚਾਰ ਹੈ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੈ। ਸੋ ਜਿਵੇਂ ਕਿ ਅਸੀਂ ਦੇਖਦੇ ਹਾਂ ਕਿ ਰੀਸ ਦੋ ਪ੍ਰਕਾਰ ਦੀ ਮੰਨੀ ਜਾਂਦੀ ਹੈ। ਇੱਕ ਤਾਂ ਹੁੰਦੀ ਹੈ ਦੁਨਿਆਵੀ ਅਤੇ ਦੂਸਰੀ ਹੁੰਦੀ ਹੈ ਧਾਰਮਿਕ। ਪਰ ਜਿਹੜੀ ਹੈ ਨਾ ਸੰਸਾਰੀ ਰੀਤ ਹੁੰਦੀ ਹੈ, ਦੁਨਿਆਵੀ ਰੀਤ ਹੁੰਦੀ ਆ, ਇਹ ਲਾਭ ਦੇ ਨਾਲੋਂ ਨੁਕਸਾਨ ਜਿਹੜਾ ਹੈ ਨਾ ਇਹ ਜ਼ਿਆਦਾ ਕਰਦੀ ਆ। ਕਿਉਂਕਿ ਇਸ ਦੇ ਅੰਦਰ ਅਸੀਂ ਜਦੋਂ ਵੀ ਕੋਈ ਰੀਸ ਕਰਦੇ ਹਾਂ ਨਾ, ਉਹਦੇ ਵਿੱਚ ਅਸੀਂ ਆਪਣੀ ਚਾਦਰ ਨਹੀਂ ਦੇਖਦੇ। ਹਮੇਸ਼ਾ ਆਪਣੀ ਚਾਦਰ ਨੂੰ ਦੇਖ ਕੇ ਪੈਰ ਪਸਾਉਣੇ ਚਾਹੀਦੇ ਆ। ਇਹਦੇ ਵਿੱਚ ਆਪਾਂ ਅਗਰ ਦੇਖੀਏ ਕਿ ਸਭ ਤੋਂ ਪਹਿਲਾਂ ਜਿਹੜੀ ਰੀਸ ਹੁੰਦੀ ਹੈ ਨਾ, ਉਹ ਹੁੰਦੀ ਹੈ ਕੱਪੜੇ ਦੀ। ਕਿ ਇਨਸਾਨ ਦੇ ਅੰਦਰ ਜਿਹੜੇ ਕੱਪੜੇ ਪਾਉਣ ਦੀ ਰੀਸ ਹੈਗੀ ਆ, ਇਹ ਕਾਫੀ ਜ਼ਿਆਦਾ ਖਿੱਚ ਦਾ ਕਾਰਨ ਬਣਦੀ ਆ। ਅਤੇ ਕੱਪੜੇ ਦੀ ਰੀਸ ਨਵੇਂ ਜਿਹੜੇ ਡਿਜ਼ਾਇਨ ਹੈਗੇ ਆ ਉਹ ਇਸ ਮਾਰਕੀਟ ਦੇ ਵਿੱਚ ਲਿਆਉਂਦੀ ਹੈਗੀ ਆ। ਅਤੇ ਖਾਸ ਕਰਕੇ ਬੀਬੀਆਂ ਦੇ ਅੰਦਰ ਜਿਹੜੀ ਹੈ ਨਾ ਇਹ ਖਿੱਚ ਬਣ ਜਾਂਦੀ ਹੈ ਕੱਪੜੇ ਪਾਉਣ ਦੀ। ਇਹ ਆਪਾਂ ਦੇਖਦੇ ਹਾਂ ਕਿ ਜਿੱਥੇ ਮਨ ਦੀ ਜਿਹੜੀ ਹੈ ਨਾ ਸੰਤੁਸ਼ਟੀ ਹੈਗੀ ਆ, ਉਹ ਇੱਕ ਜਗ੍ਹਾ ਟਿਕਣ ਤੋਂ ਰਹਿਤ ਹੋ ਜਾਂਦੀ ਹੈ। ਮਨ ਦੀ ਭਟਕਣਾ ਜਿਹੜੀ ਹੈ ਨਾ ਵੱਧ ਜਾਂਦੀ ਹੈ। ਸੰਤੁਸ਼ਟੀ ਜਿਹੜੀ ਹੈ ਨਾ ਇੱਕ ਜਗ੍ਹਾ ਖੜੀ ਨਹੀਂ ਹੁੰਦੀ। ਇਸ ਕਰਕੇ ਅਸੀਂ ਮਹਿੰਗੇ ਤੋਂ ਮਹਿੰਗੇ ਜਿਹੜੇ ਹੈ ਨਾ ਕੱਪੜੇ ਖਰੀਦ ਕੇ ਆਪਣੇ ਮਨ ਨੂੰ ਜਾਂ ਆਪਣੇ ਸਵੈਮਾਨ ਹੈ ਨਾ ਇਹਨੂੰ ਉੱਚਾ ਕਰਨ ਦਾ ਯਤਨ ਕਰਦੇ ਹਾਂ। ਪਰ ਅਸਲ ਦੇ ਵਿੱਚ ਕੀ ਹੁੰਦਾ ਹੈ ਕਿ ਹਰੇਕ ਦਾ ਮਨ, ਹਰੇਕ ਦੀ ਜਿਹੜੀ ਨਾ ਸੋਚ ਅਲੱਗ-ਅਲੱਗ ਹੋ ਜਾਂਦੀ ਆ। ਸੋ ਇਹ ਜਿਹੜੇ ਰੀਸ ਕਰਕੇ ਕੱਪੜੇ ਪਾਉਣੇ ਹਾਂ, ਇਹ ਨਿੱਤ ਜਿਹੜੇ ਹੈ ਨਾ ਬਦਲਦੇ ਰਹਿੰਦੇ ਆ। ਇਸ ਕਰਕੇ ਇਹਦੇ ਵਿੱਚ ਲਾਭ ਨਾਲੋਂ ਨੁਕਸਾਨ ਜ਼ਿਆਦਾ ਹੋ ਜਾਂਦਾ ਹੈਗਾ। ਦੂਸਰਾ ਕੀ ਹੁੰਦਾ ਹੈਗਾ ਕਿ ਭੋਗ ਪਦਾਰਥ ਖਾਣ ਦੀ ਰੀਸ, ਕਿ ਦੁਨਿਆਵੀ ਖਾਣੇ ਬਣਾਉਣੇ ਜਾਂ ਖਾਣਿਆਂ ਨੂੰ ਖਾਣਾ, ਨਵੇਂ ਖਾਣੇ ਖਾਣੇ, ਇਹ ਵੀ ਚੀਜ਼ਾਂ ਜਿਹੜੀਆਂ ਹਨ ਇਨਸਾਨ ਦੇ ਅੰਦਰ ਲਾਭ ਨਾਲੋਂ ਨੁਕਸਾਨ ਜ਼ਿਆਦਾ ਪੈਦਾ ਕਰਦੀਆਂ। ਅਤੇ ਜਿਹੜੇ ਇਨਸਾਨ ਭੋਗ ਵਿਲਾਸਾਂ ਦੇ ਵਿੱਚ ਜ਼ਿਆਦਾ ਰੁਚੀ ਰੱਖਣ ਲੱਗ ਪੈਂਦੇ ਆ ਇਸ ਖਾਣ ਪੀਣ ਦੀ ਦੌੜ ਦੇ ਅੰਦਰ, ਫਿਰ ਅਸੀਂ ਦੇਖਦੇ ਹਾਂ ਸਮਾਂ ਪਾ ਕੇ ਉਹਨਾਂ ਦੀ ਜਿਹੜੀ ਹੈ ਨਾ ਸਿਹਤ ਹੈਗੀ ਆ, ਉਹ ਕਈ ਬਿਮਾਰੀਆਂ ਦਾ ਸ਼ਿਕਾਰ ਹੋਣ ਲੱਗ ਪੈਂਦੀ ਆ। ਕਿਉਂਕਿ ਜੋ ਕੁਦਰਤ ਨੇ ਸਾਨੂੰ ਸਰੀਰ ਬਖਸ਼ਿਆ ਹੈ ਨਾ, ਇਹ ਸਰੀਰ ਜਿਹੜਾ ਹੈਗਾ ਇਹ ਉਹਨਾਂ ਖਾਣ ਵਾਲੇ ਪਦਾਰਥਾਂ ਦੇ ਨਾਲ ਹੀ ਸਹੀ ਰਹਿੰਦਾ ਹੈਗਾ ਜਿਹੜੇ ਪਦਾਰਥ ਇਸ ਸਰੀਰ ਦੇ ਮੁਤਾਬਕ ਆਪਣਾ ਕੰਮ ਕਰਦੇ ਆ। ਭਾਵ ਕੀ ਹੈ ਕਿ ਸਾਦੀ ਖੁਰਾਕ ਜਿਹੜੀ ਹੈ ਨਾ ਸਭ ਤੋਂ ਉਚਿਤ ਹੁੰਦੀ ਆ। ਅਤੇ ਖਾਸ ਕਰਕੇ ਜਿਹੜੇ ਮਸਾਲੇਦਾਰ ਖਾਣੇ, ਰੋਜ਼ ਖਾਣੇ ਤਰ੍ਹਾਂ ਦੇ, ਇਹ ਚੀਜ਼ਾਂ ਜਿਹੜੀਆਂ ਹਨ ਇਹ ਸਿਹਤ ਨੂੰ ਨੁਕਸਾਨਦਾਇਕ ਜ਼ਿਆਦਾ ਕਰਦੀਆਂ, ਬਿਮਾਰੀਆਂ ਜ਼ਿਆਦਾ ਲਾਉਂਦੀਆਂ ਹੈ। ਅਤੇ ਜਿਹਦੇ ਨਾਲ ਇਨਸਾਨ ਦੇ ਅੰਦਰ ਜਿਹੜੇ ਖੂਨ ਦੇ ਸੈੱਲ ਹਨ ਉਹ ਬਹੁਤ ਘੱਟ ਬਣਦੇ ਆ। ਅਤੇ ਇਸ ਕਰਕੇ ਉਹਦੀ ਬੁੱਧੀ ਵੀ ਜਿਹੜੀ ਹੈ ਨਾ ਉਹ ਸਮਾਂ ਪਾ ਕੇ ਫਿਰ ਉਹ ਘਟਣ ਲੱਗ ਪੈਂਦੀ ਆ ਅਤੇ ਅੱਖਾਂ ਦੀ ਰੋਸ਼ਨੀ ਘਟਦੀ ਆ। ਭਾਵ ਕੀ ਅਨੇਕ ਤਰ੍ਹਾਂ ਦੀਆਂ ਜਿਹੜੀਆਂ ਬਿਮਾਰੀਆਂ ਹਨ ਇਨਸਾਨ ਨੂੰ ਲੱਗ ਜਾਂਦੀਆਂ ਹੈ। ਇਸ ਕਰਕੇ ਜਿਹੜੀ ਖਾਣ ਦੀ ਰੀਸ ਹੈ ਇਹ ਵੀ ਜ਼ਿਆਦਾ ਜਿਹੜੀ ਹੈ ਇਹ ਸਾਨੂੰ ਵਧਾਉਣੀ ਨਹੀਂ ਚਾਹੀਦੀ। ਬਸ ਉਹੋ ਹੀ ਖੁਰਾਕ ਖਾਣੀ ਚਾਹੀਦੀ ਹੈ ਜੋ ਸਾਡੇ ਸਰੀਰ ਵਾਸਤੇ ਉਚਿਤ ਮੰਨੀ ਜਾਂਦੀ ਹੈ। ਇਸ ਤਰ੍ਹਾਂ ਅਸੀਂ ਦੇਖਦੇ ਹਾਂ ਨਾ ਸਾਡੇ ਅੰਦਰ ਇੱਕ ਮਕਾਨਾਂ ਬਣਾਉਣ ਦੀ ਜਿਹੜੀ ਰੀਸ ਹੈ, ਮਕਾਨ ਬਣਾਉਣ ਦੀ, ਘਰ ਬਣਾਉਣ ਦੀ, ਇਹ ਵੀ ਕਾਫੀ ਪ੍ਰਚਲਿਤ ਹੋ ਗਈ ਆ। ਅਸੀਂ ਦੇਖਦੇ ਹਾਂ ਕਿ ਅਸੀਂ ਦੇਖੀ ਕਿ ਸਾਡੇ ਗੁਆਂਢ ਦੇ ਵਿੱਚ ਕਿਸੇ ਇਨਸਾਨ ਨੇ ਜਿਹੜਾ ਨੇ ਇਸ ਤਰ੍ਹਾਂ ਦਾ ਘਰ ਸੁੰਦਰ ਬਣਾਇਆ ਹੈ। ਸੋ ਸੁੰਦਰ ਘਰ ਬਣਾਉਣਾ ਜਿਹੜਾ ਹੈਗਾ ਕੋਈ ਮਾੜੀ ਗੱਲ ਨਹੀਂ ਹੈ, ਪਰ ਫਿਰ ਵੀ ਸਾਨੂੰ ਇਹਦੇ ਵਿੱਚ ਹੈ ਨਾ ਆਪਣੀ ਹੈਸੀਅਤ ਦੇ ਅਨੁਸਾਰ ਚਾਦਰ ਦੇਖ ਕੇ ਪੈਰ ਪਸਾਰਨੇ ਚਾਹੀਦੇ ਆ। ਬੈਂਕਾਂ ਤੋਂ ਕਰਜ਼ਾ ਲਾਇਆ ਕਿ ਘਰ ਬਣਾਉਣੇ ਜਿਹੜੇ ਹੈ ਨਾ ਸਮਾਂ ਪਾ ਕੇ ਇਨਸਾਨ ਵਾਸਤੇ ਬਹੁਤ ਜ਼ਿਆਦਾ ਦੁਖਦਾਈ ਜੀਵਨ ਜਿਹੜਾ ਹੈਗਾ ਉਸ ਦੇ ਵਿੱਚ ਉਸ ਨੂੰ ਢਾਲ ਦਿੰਦੇ ਆ। ਜਿਵੇਂ ਇਨਸਾਨ ਦੀ ਜਿਹੜੀ ਰੁਚੀ ਹੈਗੀ ਆ ਕਿ ਮੇਰਾ ਮਕਾਨ ਸਭ ਤੋਂ ਵਧੀਆ ਹੋਵੇ, ਪਰ ਵਧੀਆ ਮਕਾਨ ਵਾਸਤੇ ਕਿਸੇ ਦੀ ਰੀਸ ਕਰ ਲੈਣੀ ਬਿਨਾਂ ਗੁੰਜਾਇਸ਼ ਤੋਂ, ਇਹ ਇਨਸਾਨ ਦਾ ਘਾਟੇ ਵਾਲਾ ਸੌਦਾ ਹੈ। ਕਿਉਂਕਿ ਅਸੀਂ ਇੱਕ ਨਹੀਂ ਅਨੇਕ ਤਰ੍ਹਾਂ ਦੇ ਇਨਸਾਨ ਦੇਖਦੇ ਹਾਂ ਕਿ ਜਿਨ੍ਹਾਂ ਨੇ ਦੂਸਰਿਆਂ ਲੋਕਾਂ ਦੇ ਮਕਾਨਾਂ ਦੀ ਜਿਹੜੀ ਰੀਸ ਕਰਕੇ ਆਪਣੇ ਘਰ ਜਦੋਂ ਬਣਾਉਣੇ ਸ਼ੁਰੂ ਕੀਤੇ ਅਤੇ ਕਈਆਂ ਦੇ ਕੋਲੋਂ ਨਹੀਂ ਕਰਜ਼ਾ ਲੈ ਲਿਆ, ਪਰ ਸਮਾਂ ਪਾ ਕੇ ਉਹ ਕਰਜ਼ੇ ਦੇ ਬੋਝ ਦੇ ਥੱਲੇ ਐਸੇ ਦੱਬੇ ਆ ਕਿ ਉਹ ਜਿਹੜਾ ਨਾ ਕਰਜ਼ਾ ਹੈਗਾ ਉਹਨਾਂ ਦੇ ਪਰਿਵਾਰ ਤੋਂ ਵੀ ਲੈਣਾ ਬੜਾ ਔਖਾ ਹੋ ਜਾਂਦਾ ਹੈਗਾ। ਸੋ ਕਹਿਣ ਤੋਂ ਭਾਵ ਇਹ ਹੈ ਕਿ ਇਹੋ ਜਿਹੜੀ ਰੀਸ ਹੈਗੀ ਆ, ਇਹਦੇ ਨਾਲੋਂ ਬਿਹਤਰ ਹੈ ਕਿ ਅਸੀਂ ਉਹਨਾਂ ਕੀ ਕੰਮ ਕਰੀਏ ਜਿਹਦੇ ਨਾਲ ਸਾਡੀ ਜਿਹੜੀ ਜ਼ਿੰਦਗੀ ਹੈਗੀ ਉਹ ਸਹੀ ਰਸਤੇ 'ਤੇ ਤੁਰੇ ਅਤੇ ਸਾਡੇ ਉੱਪਰ ਹੈ ਨਾ ਕਰਜ਼ੇ ਦਾ ਬੋਝ ਵੀ ਨਾ ਲਵੇ। ਇਸੇ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਜਿਵੇਂ ਗੱਡੀਆਂ ਜਿਹੜੀਆਂ ਹੈ ਘਰਾਂ ਦੇ ਵਿੱਚ ਰੱਖਣ ਦੀ ਰੀਸ ਇਹ ਵੀ ਦਿਨੋਂ ਦਿਨ ਵੱਧ ਜਾਂਦੀ ਆ।
ਹੁਣ ਮਹਿੰਗੀ ਤੋਂ ਮਹਿੰਗੀ ਜਿਹੜੀ ਗੱਡੀ ਖਰੀਦਣੀ ਆ ਉਹ ਵੀ ਕਰਜ਼ੇ ਦੇ ਬੋਝ ਦੇ ਥੱਲੇ ਦੱਬ ਜਾਣਾ ਇਨਸਾਨ ਵਾਸਤੇ ਉਚਿਤ ਨਹੀਂ ਹੈ। ਬੈਂਕਾਂ ਤੋਂ ਕਰਜ਼ਾ ਲੈ ਕੇ ਆਪਾਂ ਦੇਖਦੇ ਹਾਂ ਕਿ 90-95% ਜਿਹੜੀਆਂ ਘਰਾਂ ਦੇ ਵਿੱਚ ਗੱਡੀਆਂ ਆਪਾਂ ਖਰੀਦਦੇ ਹਾਂ, ਕਾਰਾਂ ਖਰੀਦਦੇ ਹਾਂ ਜਾਂ ਹੋਰ ਚੀਜ਼ ਜਿਹੜੇ ਵਹੀਕਲ ਘਰ ਦੀ ਸੁੱਖ ਸਹੂਲਤ ਵਾਸਤੇ ਖਰੀਦਦੇ ਹੈਗੇ ਆ, ਇਹ ਜੋ ਵਹੀਕਲ ਖਰੀਦੇ ਜਾਂਦੇ ਹੈਗੇ ਆ ਇਹ ਕੇਵਲ ਤੇ ਕੇਵਲ ਫੋਕੀ ਟੌਰ ਬਣਾਉਣ ਵਾਸਤੇ ਖਰੀਦੇ ਜਾਂਦੇ ਆ। ਤੋ ਜਿਹੜੀ ਚੀਜ਼ ਫੋਕੀ ਟੌਰ ਵਾਸਤੇ ਕਰਜ਼ਾ ਲੈ ਕੇ ਖਰੀਦੀ ਜਾਂਦੀ ਆ ਉਸ ਦੇ ਵਿੱਚ ਕਦੀ ਵੀ ਇਨਸਾਨ ਜਿਹੜਾ ਹੈ ਨਾ ਉਹ ਸਕੂਨ ਦੇ ਨਾਲ ਨਹੀਂ ਬੈਠ ਸਕਦਾ। ਬਸ ਇਉਂ ਕਹਿ ਲਓ ਕਿ ਇੱਕ ਜਿਹੜੀ ਹੈ ਨਾ ਸਾਡੇ ਅੰਦਰ ਦੌੜ ਤ੍ਰਿਸ਼ਨਾ ਦੀ ਲੱਗੀ ਹੈ, ਇਸ ਅਗਨੀ ਦੀ ਤ੍ਰਿਸ਼ਨਾ ਦੀ ਦੌੜ ਦੇ ਅੰਦਰ ਇਨਸਾਨ ਜਿਹੜਾ ਹੈ ਨਾ ਉਹ ਦਿਨੋਂ ਦਿਨ ਸੁੱਕ ਰਿਹਾ ਹੁੰਦਾ ਹੈ ਅਤੇ ਇਹ ਜਿਹੜੀ ਜਲਨ ਹੈਗੀ ਆ ਉਹਨੂੰ ਅੰਦਰੋਂ ਅੰਦਰੀ ਸਤਾਉਂਦੀ ਰਹਿੰਦੀ ਹੈ। ਇਸ ਤਰ੍ਹਾਂ ਅਸੀਂ ਹੋਰ ਵੀ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਦੇਖਦੇ ਹਾਂ ਕਿ ਜਦੋਂ ਵੀ ਅਸੀਂ ਕੋਈ ਕੰਮ ਕਰਦੇ ਹਾਂ ਸਾਨੂੰ ਉਸ ਕੰਮ ਦੇ ਵਿੱਚ ਪਹਿਲਾਂ ਇਹ ਸੋਚ ਰੱਖਣੀ ਚਾਹੀਦੀ ਆ ਕਿ ਕੀ ਇਹ ਕੰਮ ਕਰਨ ਦੇ ਨਾਲ ਮੈਂ ਕਿਸੇ ਕਰਜ਼ੇ ਦੇ ਬੋਝ ਦੇ ਥੱਲੇ ਤਾਂ ਨਹੀਂ ਜਿਹੜਾ ਹੈਗਾ ਉਹ ਦੱਬਿਆ ਜਾਵਾਂ। ਅਗਰ ਮੈਂ ਕਿਸੇ ਬੋਝ ਦੇ ਥੱਲੇ ਦੱਬਿਆ ਜਾਵਾਂ ਫਿਰ ਇਹ ਇਨਸਾਨ ਦੀ ਜਿਹੜੀ ਹੈ ਨਾ ਗੱਲ ਹੈਗੀ ਆ ਜਾਂ ਜੋ ਸੋਚ ਹੈਗੀ ਆ ਇਹ ਬਹੁਤ ਥੱਲੇ 'ਚ ਲੈ ਜਾਂਦੀ ਆ। ਭਾਵ ਕੀ ਆ ਕਿ ਇਹੋ ਜਿਹੀਆਂ ਜਿਹੜੀਆਂ ਰੀਸਾਂ ਅਸੀਂ ਕਰਦੇ ਹਾਂ ਆਪਣੀ ਫੋਕੀ ਟੌਰ ਵਾਸਤੇ, ਬਨਾਵਟੀ ਸ਼ਾਨੋ ਸ਼ੌਕਤ ਵਾਸਤੇ, ਉਹ ਤੋਂ ਸਾਨੂੰ ਹਮੇਸ਼ਾ ਜਿਹੜਾ ਨਾ ਪਰਹੇਜ਼ ਰੱਖਣਾ ਚਾਹੀਦਾ ਹੈ, ਦੂਰੀ ਰੱਖਣੀ ਚਾਹੀਦੀ ਹੈ। ਆਪਣਾ ਬਿਲਕੁਲ ਸਾਦਾ ਜੀਵਨ ਬਤੀਤ ਕਰਨਾ ਚਾਹੀਦਾ ਹੈ ਅਤੇ ਸਾਦਗੀ ਜਿਹੜੀ ਹੈ ਨਾ ਸਭ ਤੋਂ ਉਚਿਤ ਮੰਨੀ ਜਾਂਦੀ ਹੈ। ਅਤੇ ਇਹ ਜਿਹੜੀ ਸਾਦਗੀ ਹੈ ਬਸ ਓਨਾ ਹੀ ਕੰਮ ਕਰਨਾ ਚਾਹੀਦਾ ਹੈ ਕਿ ਘਰ ਪਰਿਵਾਰ ਵੀ ਸੁਖੀ ਰਹੇ, ਇਨਸਾਨ ਕਰਜ਼ੇ ਦੇ ਬੋਝ ਦੇ ਥੱਲੇ ਵੀ ਨਾ ਆਵੇ ਅਤੇ ਵਾਹਿਗੁਰੂ ਜੀ ਦਾ ਸ਼ੁਕਰੀਆ ਵੀ ਕਰਦਾ ਰਹੇ। ਕਿਸੇ ਪ੍ਰਕਾਰ ਦੀ ਜਿਹੜੀ ਅੰਦਰ ਟੈਨਸ਼ਨ ਹੈਗੀ ਹੈ ਨਾ ਉਹ ਵੀ ਕਦੀ ਜਿਹੜੀ ਹੈ ਉਹ ਨਾ ਬਣੇ। ਬਸ ਇਹੋ ਜਿਹਾ ਸਾਨੂੰ ਕਾਰਜ ਕਰਨਾ ਚਾਹੀਦਾ ਹੈ। ਅਗਰ ਅਸੀਂ ਆਪਣੀ ਚਾਦਰ ਦੇਖ ਕੇ ਪੈਰ ਪਸਾਰਾਂਗੇ ਉਹੋ ਹੀ ਸਾਡੇ ਵਾਸਤੇ ਸੁਖਦਾਇਕ ਹੁੰਦੀ ਹੈਗੀ ਆ, ਸਾਡੇ ਵਾਸਤੇ ਉਹ ਚੀਜ਼ ਸਾਨੂੰ ਸਕੂਨ ਦਿੰਦੀ ਹੈਗੀ ਆ, ਸਾਡੇ ਅੰਦਰ ਸ਼ਾਂਤੀ ਪ੍ਰਦਾਨ ਕਰਦੀ ਆ। ਪਰ ਇਹ ਤਾਂ ਹੋਈ ਇੱਕ ਦੁਨਿਆਵੀ ਜਿਹੜੀ ਰੀਸ ਹੈਗੀ ਆ ਜਿਸ ਦੇ ਵਿੱਚ ਸਾਨੂੰ ਇਹਨਾਂ ਗੱਲਾਂ ਦਾ ਖਾਸ ਕਰਕੇ ਧਿਆਨ ਰੱਖਣਾ ਚਾਹੀਦਾ ਹੈ। ਅਤੇ ਦੂਸਰੀ ਹੁੰਦੀ ਹੈ ਧਾਰਮਿਕ ਰੀਸ। ਇਹ ਜਿਹੜੀ ਹੈ ਨਾ ਧਾਰਮਿਕ ਰੀਸ ਹੈਗੀ ਆ ਵੈਸੇ ਤਾਂ ਇਹ ਉਚਿਤ ਹੈਗੀ ਆ, ਪਰ ਬਸ਼ਰਤੇ ਇਹ ਆ ਕਿ ਇਹਦੇ ਵਿੱਚ ਨਾ ਤਾਂ ਕਿਸੇ ਚੀਜ਼ ਦੀ ਬਣਾਵਟ ਹੋਵੇ ਨਾ ਚੀਜ਼ ਦਾ ਦਿਖਾਵਾ ਹੋਵੇ। ਇਸ ਕਰਕੇ ਧਾਰਮਿਕ ਰੀਸ ਸਾਨੂੰ ਇਸ ਢੰਗ ਨਾਲ ਕਰਨੀ ਚਾਹੀਦੀ ਹੈ ਕਿ ਅਗਰ ਅਸੀਂ ਕਿਸੇ ਦੇ ਵਿੱਚ ਕੋਈ ਧਾਰਮਿਕ ਉਚਿਤ ਗੁਣ ਦੇਖਦੇ ਹਾਂ ਫਿਰ ਸਾਡੇ ਅੰਦਰ ਇਸ ਚੀਜ਼ ਦੀ ਲਾਲਸਾ ਜਾਂ ਜਗਿਆਸਾ ਹੋਣੀ ਚਾਹੀਦੀ ਹੈ ਕਿ ਉਸ ਇਨਸਾਨ ਦੇ ਅੰਦਰ ਧਾਰਮਿਕ ਗੁਣ ਹੈ ਅਤੇ ਉਸ ਇਨਸਾਨ ਦੇ ਸਦਕੇ ਜਾਂ ਉਸ ਇਨਸਾਨ ਦੇ ਪੈਰਾਂ ਦੇ ਪਿੱਛੇ ਇਹ ਗੁਣ ਸਾਡੇ ਅੰਦਰ ਵੀ ਪੈਦਾ ਹੋ ਜਾਣ। ਸਾਨੂੰ ਇਹ ਅਰਦਾਸ ਜਿਹੜੀ ਹੈ ਨਾ ਵਾਹਿਗੁਰੂ ਜੀ ਦੇ ਅੱਗੇ ਕਰਨੀ ਚਾਹੀਦੀ ਆ। ਅਤੇ ਜਦੋਂ ਅਸੀਂ ਅਰਦਾਸ ਕਰਾਂਗੇ ਤਾਂ ਫਿਰ ਅਸੀਂ ਦੇਖਾਂ ਕਿ ਇਹ ਤਾਂ ਜਿਹੜਾ ਨਾ ਫਲ ਹੈ ਬੜਾ ਸੁਖਦਾਇਕ ਮਿਲਦਾ। ਜਿਵੇਂ ਦੇਖੋ ਕੋਈ ਜਿਹੜਾ ਇਨਸਾਨ ਹੈ ਅੰਮ੍ਰਿਤ ਵੇਲੇ ਉੱਠਦਾ ਜਾਗਦਾ ਹੈਗਾ ਅਤੇ ਉਹਦੀ ਰੀਸ ਕਰਨੀ ਜਿਹੜੀ ਹੈ ਉਹ ਧਰਮ ਦੇ ਕਾਰਜ ਦੇ ਵਿੱਚ ਬੜੀ ਉਚਿਤ ਹੁੰਦੀ ਹੈ। ਅਗਰ ਕੋਈ ਇਨਸਾਨ 4 ਵਜੇ ਉੱਠਦਾ ਹੈ ਤਾਂ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਅਸੀਂ ਉਸ ਦੀ ਰੀਸ ਕਰੀਏ। ਅਗਰ ਕੋਸ਼ਿਸ਼ ਇਹੀ ਹੈ ਕਿ ਉਸ ਤੋਂ ਵੀ ਅਸੀਂ ਹੈ ਨਾ ਪਹਿਲਾਂ 1-2 ਮਿੰਟ ਅਗਰ ਜੇ ਪਹਿਲਾਂ ਉੱਠ ਕੇ ਜਿਹੜਾ ਹੈ ਇਸ਼ਨਾਨ ਕਰਕੇ ਉਸ ਢੰਗ ਦੇ ਨਾਲ ਤਿਆਰ ਹੋ ਜਾਈਏ ਕਿ ਜਿਹਦੇ ਨਾਲ ਇਹ ਜੋ ਕਾਰਜ ਕੀਤਾ ਜਾਂਦਾ ਹੈਗਾ ਉਹਦੇ ਵਿੱਚ ਸਾਨੂੰ ਸੁੱਖ ਪ੍ਰਦਾਨ ਹੋਵੇ। ਸੋ ਪਹਿਲਾਂ ਅੰਮ੍ਰਿਤ ਵੇਲੇ ਉੱਠਣ ਦੀ ਰੀਸ ਜਿਹੜੀ ਹੈ ਨਾ ਬੜੀ ਉਚਿਤ ਰੀਸ ਹੈਗੀ ਆ। ਇਸ ਟਾਈਮ ਇਸ਼ਨਾਨ ਕਰਨਾ ਔਰ ਇਸ਼ਨਾਨ ਤੋਂ ਬਾਅਦ ਫਿਰ ਅਸੀਂ ਦੇਖਦੇ ਹਾਂ ਕਿ ਅਗਰ ਉਹ ਇਨਸਾਨ ਸਿਮਰਨ ਸਾਧਨਾ ਕਰਦਾ ਹੈ ਫਿਰ ਸਾਨੂੰ ਕੋਸ਼ਿਸ਼ ਵੀ ਜਿਹੜੀ ਥੋੜ੍ਹੀ ਉਹ ਵਧਾਉਣੀ ਚਾਹੀਦੀ ਹੈ ਕਿ ਅਗਰ ਉਹ 20 ਮਿੰਟ ਸਿਮਰਨ ਕਰਦਾ ਹੈ ਤਾਂ ਘੱਟੋ ਘੱਟ ਸਾਨੂੰ 5 ਮਿੰਟ ਜ਼ਿਆਦਾ ਸਿਮਰਨ ਕਰਨਾ ਚਾਹੀਦਾ ਹੈਗਾ। ਇਸੇ ਤਰ੍ਹਾਂ ਅਗਰ ਉਹ ਇਨਸਾਨ ਗੁਰਬਾਣੀ ਪੜ੍ਹਦਾ ਹੈਗਾ ਤਾਂ ਫਿਰ ਸਾਨੂੰ ਜਿਹੜਾ ਹੈ ਨਾ ਇਸ ਗੱਲ ਦਾ ਵੀ ਜਿਹੜਾ ਹੈ ਉਹ ਖਿਆਲ ਰੱਖਣਾ ਚਾਹੀਦਾ ਹੈਗਾ ਕਿ ਅਗਰ ਉਹ ਜਪਜੀ ਸਾਹਿਬ ਉਹ ਬਾਣੀ ਪੜ੍ਹਦਾ ਹੈ ਤਾਂ ਘੱਟੋ ਘੱਟ ਅਸੀਂ ਵੀ ਜਪਜੀ ਸਾਹਿਬ ਜਿਹੜੀ ਹੈ ਜ਼ਰੂਰ ਪੜ੍ਹੀਏ। ਅਗਰ ਉਹਨੂੰ ਇੰਨੀਆਂ ਬਾਣੀਆਂ ਕੰਠ ਹੈ ਤਾਂ ਸਾਨੂੰ ਵੀ ਉਹਦੇ ਪਿੱਛੇ ਲੱਗ ਕੇ ਜਿਹੜੀ ਹੈ ਨਾ ਉਹ ਬਾਣੀਆਂ ਕੰਠ ਕਰਨ ਦੀ ਜਿਹੜੀ ਹੈ ਨਾ ਬਾਦੀ ਜਾਂ ਆਦਤ ਪਾ ਲੈਣੀ ਚਾਹੀਦੀ ਹੈ। ਅਗਰ ਅਸੀਂ ਦੇਖਦੇ ਹਾਂ ਕਿ ਕੋਈ ਇਨਸਾਨ ਸੇਵਾ ਕਰਦਾ ਹੈਗਾ ਤਾਂ ਸਾਨੂੰ ਸੇਵਾ ਦੀ ਰੀਸ ਕਰਨੀ ਜਿਹੜੀ ਹੈ ਨਾ ਇਹ ਬਹੁਤ ਵਧੀਆ ਜਿਹੜੀ ਉਹ ਸਾਡੇ ਜੀਵਨ ਦੇ ਵਾਸਤੇ ਉੱਨਤੀ ਦਾ ਰਾਹ ਪੈਦਾ ਕਰਦੀ ਹੈਗੀ ਆ। ਪਰ ਦਰਅਸਲ ਗੱਲ ਇਹ ਹੈਗਾ ਕਿ ਇੱਥੇ ਇੱਕ ਚੀਜ਼ ਦਾ ਖਿਆਲ ਰੱਖਣਾ ਹੈਗਾ ਕਿ ਜਿਹੜਾ ਈਰਖਾ ਬਸ ਕੀਤਾ ਹੋਇਆ ਕੰਮ ਹੁੰਦਾ ਨਾ ਧਾਰਮਿਕ ਦੁਨੀਆ ਦੇ ਵਿੱਚ ਰੀਸ ਦੇ ਵਿੱਚ ਇਹ ਲਾਭ ਨਾਲੋਂ ਨੁਕਸਾਨ ਜਿਹੜਾ ਹੈ ਨਾ ਉਹ ਜ਼ਿਆਦਾ ਕਰਦਾ ਹੈਗਾ। ਇਸ ਕਰਕੇ ਇਸ ਚੀਜ਼ ਦਾ ਖਿਆਲ ਰੱਖਣਾ ਹੁੰਦਾ ਹੈ ਕਿ ਸੇਵਾ ਜਿਹੜੀ ਹੈ ਨਾ ਕਿਸੇ ਤੋਂ ਖੋਹ ਕੇ ਨਹੀਂ ਕਰਨੀ ਚਾਹੀਦੀ, ਕਿਉਂਕਿ ਕਿਸੇ ਤੋਂ ਖੋਹ ਕੇ ਕੀਤੀ ਹੋਈ ਸੇਵਾ ਜਿਹੜੀ ਹੈ ਗੁਰੂ ਦੀ ਪ੍ਰਸੰਨਤਾ ਦੇ ਉਲਟ ਮੰਨੀ ਜਾਂਦੀ ਹੈ।
ਜਿਵੇਂ ਅਸੀਂ ਆਮ ਕਰਕੇ ਗੁਰੂ ਘਰਾਂ 'ਚ ਦੇਖਦੇ ਹਾਂ ਕਿ ਅਗਰ ਕੋਈ ਸੱਜਣ ਝਾੜੂ ਦੀ ਸੇਵਾ ਕਰਦਾ ਹੈਗਾ, ਅਗਰ ਕੋਈ ਦੂਸਰਾ ਇਨਸਾਨ ਉਹੀ ਝਾੜੂ ਲੈ ਕੇ ਸੇਵਾ ਕਰਨ ਦਾ ਯਤਨ ਕਰੇ ਤਾਂ ਉਹ ਜਿਹੜੇ ਸੱਜਣ ਹੈਗੇ ਆ ਉਸ ਤੋਂ ਆਪਣਾ ਝਾੜੂ ਖੋਹਣ ਦਾ ਯਤਨ ਕਰਦੇ ਆ ਕਿ ਇਹ ਝਾੜੂ ਮੇਰਾ ਹੈਗਾ, ਤੂੰ ਮੇਰੇ ਝਾੜੂ ਨੂੰ ਹੱਥ ਨਹੀਂ ਲਾਉਣਾ। ਲੇਕਿਨ ਇਹ ਜਿਹੜੀ ਹੈ ਨਾ ਚੀਜ਼ ਹੈਗੀ ਹੈ ਗੁਰੂ ਘਰਾਂ ਦੇ ਵਿੱਚ ਸ਼ੋਭਦੀ ਨਹੀਂ ਹੈ। ਅਗਰ ਕੋਈ ਇਨਸਾਨ ਜਿਹੜਾ ਹੈ ਨਾ ਕਿਸੇ ਖਾਸ ਜਗ੍ਹਾ ਦੇ ਉੱਤੇ ਕੋਈ ਸੇਵਾ ਕਰ ਰਿਹਾ ਹੈ, ਅਗਰ ਦੂਸਰਾ ਸੇਵਾ ਕਰਦਾ ਹੈ ਤਾਂ ਉਸ ਨੂੰ ਉਸ ਜਗ੍ਹਾ ਤੋਂ ਰੋਕ ਦੇਣਾ ਕਿ ਇਹ ਸੇਵਾ ਮੈਂ ਇੰਨੇ ਸਾਲਾਂ ਤੋਂ ਕਰ ਰਿਹਾ ਹੈਗਾ, ਇਸ ਦੇ ਉੱਤੇ ਮੇਰਾ ਹੀ ਕਬਜ਼ਾ ਹੈਗਾ। ਇਹ ਜਿਹੜੀਆਂ ਨਾ ਗੱਲਾਂ ਹੁੰਦੀਆਂ ਇਹ ਗੁਰੂ ਘਰ ਦੇ ਵਿੱਚ ਸ਼ੋਭਦੀਆਂ ਨਹੀਂ ਹੈ। ਹਾਂ, ਇੰਨਾ ਜ਼ਰੂਰ ਹੈ ਕਿ ਅਗਰ ਤੁਸੀਂ ਜਿਹੜਾ ਕੰਮ ਕਰਦੇ ਆ, ਜੋ ਸੇਵਾ ਕਰਦੇ ਆ, ਅਗਰ ਦੂਸਰਾ ਇਨਸਾਨ ਨੂੰ ਸੇਵਾ ਕਰਨੀ ਚਾਹੇ ਤਾਂ ਇਹ ਸੇਵਾ ਉਹਨੂੰ ਹੈ ਨਾ ਖੁਸ਼ੀ ਦੇ ਦੇਣੀ ਚਾਹੀਦੀ ਹੈਗੀ ਆ। ਸੋ ਕਹਿਣ ਤੋਂ ਭਾਵ ਇਹ ਹੈਗਾ ਕਿ ਧਰਮ ਦੇ ਅੰਦਰ ਜਿਹੜੀ ਰੀਸ ਕਰਨੀ ਹੈ ਉਹ ਈਰਖਾ ਵਸ ਨਹੀਂ ਹੋਣੀ ਚਾਹੀਦੀ। ਸੋ ਰੀਸ ਉਹ ਕਰਨੀ ਚਾਹੀਦੀ ਹੈ ਜਿਸ ਰੀਸ ਦੇ ਨਾਲ ਸਾਡੀ ਆਤਮਿਕ ਤਰੱਕੀ ਜਿਹੜੀ ਹਮੇਸ਼ਾ ਬਣੀ ਰਹੇ। ਜਿਵੇਂ ਇੱਕ ਬੀਬੀ ਜੋ ਅੰਮ੍ਰਿਤਸਰ ਦੀ ਸੀਗੀ, ਉਹ ਹੱਥ ਦੇ ਵਿੱਚ ਜਿਹੜੀ ਸੀ ਮਾਲਾ ਫੜ ਕੇ ਰੱਖਦੀ ਹੁੰਦੀ ਸੀ। ਜਦੋਂ ਮਾਲਾ ਫੜ ਕੇ ਰੱਖਦੀ ਹੁੰਦੀ ਸੀ ਤਾਂ ਕਿਸੇ ਨੇ ਉਸ ਬੀਬੀ ਨੂੰ ਆਖਿਆ ਕਿ ਬੀਬੀ ਤੂੰ ਹੱਥ ਦੇ ਵਿੱਚ ਮਾਲਾ ਲੈ ਕੇ ਘੁੰਮਦੀ ਰਹਿੰਦੀ ਆ ਅਤੇ ਇਹ ਮਾਲਾ ਤੂੰ ਲੋਕਾਂ ਨੂੰ ਦਿਖਾਉਂਦੀ ਹੈਗੀ ਹੈ, ਤੇਰੇ ਵਾਸਤੇ ਚੰਗੀ ਗੱਲ ਨਹੀਂ ਆ। ਪਰ ਉਸ ਬੀਬੀ ਨੇ ਆਪਣੀ ਜਿਹੜੀ ਭਾਵਨਾ ਸੀ ਉਸ ਮਾਲਾ ਨੂੰ ਦਿਖਾਉਣ ਦੀ, ਉਹ ਇਸ ਢੰਗ ਨਾਲ ਜ਼ਾਹਰ ਕੀਤੀ। ਉਹ ਕਹਿਣ ਲੱਗੀ ਕਿ ਇਹ ਜਿਹੜੀ ਮਾਲਾ ਹੈਗੀ ਆ ਮੈਂ ਦਿਖਾਵੇ ਵਾਸਤੇ ਨਹੀਂ ਕਿ ਕਿਸੇ ਨੂੰ ਜਿਹੜੀ ਹੈਗੀ ਉਹ ਦਿਖਾ ਰਹੀ, ਮੈਂ ਤਾਂ ਇਸ ਵਾਸਤੇ ਹੱਥ ਵਿੱਚ ਬਾਹਰ ਮਾਲਾ ਲੈ ਕੇ ਘੁੰਮਦੀ ਹਾਂ ਕਿ ਖਾਸ ਕਰਕੇ ਬੀਬੀਆਂ ਦੇ ਅੰਦਰ ਰੀਸ ਕਰਨੀ ਜਿਹੜੀ ਹੈ ਨਾ ਇੱਕ ਵੱਡਾ ਗੁਣ ਪਾਇਆ ਜਾਂਦਾ। ਹੋ ਸਕਦਾ ਕੋਈ ਬੀਬੀ ਜਿਹੜੀ ਹੈ ਨਾ ਮੇਰੇ ਵੱਲ ਦੇਖ ਕੇ ਹੱਥ ਦੇ ਵਿੱਚ ਮਾਲਾ ਫੜ ਕੇ ਅਤੇ ਮਾਲਾ ਦੇ ਗੁਣਾਂ ਨੂੰ ਆਪਣੇ ਅੰਦਰ ਧਾਰਨ ਕਰ ਲਵੇ। ਸੋ ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਖਾਸ ਕਰਕੇ ਜਿਹੜੇ ਧਾਰਮਿਕ ਚਿੰਨ੍ਹ ਹੈਗੇ ਆ ਉਹ ਵੀ ਅਗਰ ਅਸੀਂ ਉਹਨਾਂ ਦੀ ਰੀਸ ਕਰੀਏ ਤਾਂ ਸਾਡੇ ਵਾਸਤੇ ਹੈ ਨਾ ਬੜੇ ਸਵੈਮਾਣ ਦੀ ਗੱਲ ਜਿਹੜੀ ਹੈ ਉਹ ਹੋ ਜਾਂਦੀ ਆ। ਜਿਵੇਂ ਅਸੀਂ ਦੇਖਦੇ ਹਾਂ ਕਿ ਅਗਰ 5 ਕਕਾਰਾਂ ਦੇ ਅੰਦਰ ਗਾਤਰੇ ਦੀ ਕਿਰਪਾਨ ਆਪਣੇ ਵਸਤਰਾਂ ਤੋਂ ਉੱਪਰ ਪਾਈ ਜਾਵੇ, ਇੱਕ ਤਾਂ ਇਹ ਜਿਹੜਾ ਹੈ ਨਾ ਸਵੈਮਾਨ ਨੂੰ ਵਧਾਉਂਦੀ ਹੈ ਅਤੇ ਦੂਸਰੀ ਇਹਦੇ ਨਾਲ ਨਾ ਸਿੱਖੀ ਦੀ ਸ਼ਾਨ ਵੱਧਦੀ ਹੈ। ਸੋ ਇਹੋ ਜਿਹੀ ਜਿਹੜੀ ਰੀਸ ਕਰਨੀ ਹੈ ਨਾ ਬੜੀ ਉੱਚਤ ਮੰਨੀ ਜਾਂਦੀ ਹੈਗੀ ਆ। ਸੋ ਸਿੱਖ ਨੇ ਉਹ ਰੀਸ ਕਰਨੀ ਆ ਜਿਹਦੇ ਨਾਲ ਉਹਦਾ ਨਾ ਨਿਆਰਾਪਨ ਦੂਸਰਿਆਂ ਨੂੰ ਪ੍ਰਭਾਵਿਤ ਕਰੇ। ਉਹ ਕੰਮ ਨਹੀਂ ਕਰਨਾ ਜਿਹੜਾ ਬਨਾਵਟੀ ਹੋਵੇ ਅਤੇ ਦਿਖਾਵੇ ਵਾਲਾ ਹੋਵੇ। ਬਸ ਗੱਲ ਇੱਥੇ ਖੜੀ ਹੈ ਕਿ ਧਾਰਮਿਕ ਕੰਮਾਂ ਦੇ ਵਿੱਚ ਜਿਹੜੀ ਕੀਤੀ ਰੀਸ ਹੈ ਉਹ ਇਨਸਾਨ ਨੂੰ ਇੱਕ ਨਾ ਇੱਕ ਦਿਨ ਉਸ ਦੀ ਉੱਚੀ ਮੰਜ਼ਿਲ ਦੇ ਵੱਲ ਲੈ ਕੇ ਚਲੀ ਜਾਂਦੀ ਆ। ਬਸ਼ਰਤੇ ਇਹ ਹੈ ਕਿ ਇਹ ਰੀਸ ਉਸ ਇਨਸਾਨ ਨੂੰ ਇਸ ਢੰਗ ਨਾਲ ਕਰਨੀ ਚਾਹੀਦੀ ਆ ਕਿ ਜਿਹਦੇ ਨਾਲ ਉਸ ਦਾ ਜਿਹੜਾ ਸੰਤੁਲਨ ਹੈ ਨਾ ਅੰਦਰ ਵਾਹਿਗੁਰੂ ਜੀ ਦੇ ਨਾਲ ਪ੍ਰੇਮ, ਪ੍ਰਤੀਤ ਅਤੇ ਨਿਮਰਤਾ, ਜਿੰਨੇ ਵੀ ਦੈਵੀ ਗੁਣ ਹਨ ਉਹਨਾਂ ਦੇ ਵਿੱਚ ਕਿਸੇ ਤਰ੍ਹਾਂ ਦਾ ਵੀ ਕੋਈ ਛੇੜਛਾੜ ਨਾ ਹੋਵੇ। ਭਾਵ ਕੀ ਹੈ ਕਿ ਦੁਨਿਆਵੀ ਜਿਹੜੇ ਗੁਣ ਹੈਗੇ ਉਹਨਾਂ ਦੇ ਅੰਦਰ ਸ਼ਾਂਤੀ ਹਮੇਸ਼ਾ ਬਣੀ ਰਹੇ ਅਤੇ ਅੰਦਰ ਸਹਿਜ ਰਹੇ, ਖੇੜਾ ਰਹੇ। ਇਹ ਜਿਹੜਾ ਨਾ ਸਹਿਜ ਖੇੜਾ ਅੰਦਰ ਬਣਿਆ ਰਹਿੰਦਾ ਹੈ ਕਿਸੇ ਦੀ ਰੀਸ ਕਰਨ ਦੇ ਨਾਲੋਂ, ਕਿਸੇ ਦੇ ਚੰਗੇ ਗੁਣ ਧਾਰਨ ਕਰਨ ਦੇ ਨਾਲੋਂ। ਇਹ ਦੁਨਿਆਵੀ ਦੁਨੀਆ ਦੇ ਅੰਦਰ ਉਸ ਇਨਸਾਨ ਨੂੰ ਸਮਾਂ ਪਾ ਕੇ ਬੜੀ ਉੱਚੀ ਜਿਹੜੀ ਹੈ ਉਹ ਮੰਜ਼ਿਲ ਬਖਸ਼ ਦਿੰਦਾ ਹੈਗਾ। ਖਾਸ ਕਰਕੇ ਦੁਨਿਆਵੀ ਰੀਸ ਆਪਣੀ ਚਾਦਰ ਦੇਖ ਕੇ ਪੈਰ ਪਸਾਰਨੇ ਤਾਂ ਇਨਸਾਨ ਦੁਨਿਆਵੀ ਰੀਸ ਦੇ ਵਿੱਚ ਬਚਿਆ ਰਹਿੰਦਾ ਹੈ। ਅਤੇ ਜਿਹੜੀ ਧਾਰਮਿਕ ਰੀਸ ਵਾ ਇਹ ਜਿਹੜੀ ਸ਼ੁੱਧ ਭਾਵਨਾ ਦੇ ਨਾਲ ਕੀਤੀ ਜਾਵੇ ਹੈ ਨਾ, ਇਹ ਰੂਹਾਨੀਅਤ ਦੇ ਅੰਦਰ ਇਨਸਾਨ ਨੂੰ ਫਿਰ ਤਰੱਕੀ ਬਖਸ਼ਦੀ ਹੈ। ਸੋ ਇੰਨੇ ਵਚਨ ਕਰਦਾ ਹੋਇਆ ਦਾਸ ਖੇਮਾ ਦਾ ਜਾਚਕ ਹੈ ਜੀ। ਹੋਈਆਂ ਭੁੱਲਾਂ ਚੁੱਕਾਂ ਦੀ ਖੇਮਾ ਬਖਸ਼ਣੀ, ਸੋ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।